ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੁਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਧਰ ਜੀਅੜੇ ਇਕ ਟੇਕ ਤੂੰ ਲਾਹੇ ਬਿਡਾਨੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੱਜਣ ਸੱਜਾ ਪਾਤ ਸਾਹ ਸਿਰ ਸਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਖਾ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਖਾ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਫਲਗੁਣ ਆਨੰਦ ਉਪਾਰਜਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜੀ। ਆਪਾਂ ਸਾਰੇ ਹੀ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ। ਜੁਗ 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 ਅਟਲ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਵਿਰਾਜਮਾਨ ਭਗਤ ਪਾਵਨ ਭਗਤ ਵਸਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਤਿਨਾਂ ਦੀ ਨਿੱਘੀ ਗੋਦ ਦਾ ਆਨੰਦ ਮਾਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਮਗਰ ਦੇ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਫਾਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਅੱਜ ਫੱਗਣ ਦਾ ਮਹੀਨਾ ਪ੍ਰਾਰੰਭ ਹੈ। ਗੁਰਸੰਗਤ ਜੀ, ਮਾਘ ਦੇ ਮਹੀਨੇ ਦੀ ਅੱਜ 6 ਵਜੇ ਦੇ ਤਕਰੀਬ ਸਮਾਪਤੀ ਹੋਈ ਹੈ। ਜੋ ਆਪ ਜੀ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਕਰ ਰਹੇ ਹੋ, ਵੱਡਿਆਂ ਭਾਗਾਂ ਵਾਲਿਆਂ ਸੋਹਣੇ ਸੁੰਦਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨਾਂ ਤੇ ਦਰਬਾਰ ਸਜਾਏ ਗਏ। ਸਜੇ ਹੋਏ ਦਰਬਾਰ ਦੇ ਅੰਦਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਿਨਾਂ ਦੀ ਪਾਵਨ ਪਵਿੱਤਰ ਸਰੂਪਾਂ ਦੀ ਪ੍ਰਕਾਸ਼ ਦੀ ਸੇਵਾ ਹੋਈ। ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਦੇ ਜਾਪ, ਸ੍ਰੀ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤਨ, ਉਪਰੰਤ ਆਪ ਜੀ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ ਦੇ ਮਹਾਵਾਕ ਅਨੁਸਾਰ ਜੋ ਆਪ ਜੀ ਪਾਵਨ ਪਵਿੱਤਰ ਕਥਾ ਵਿਚਾਰ ਸ਼੍ਰਵਣ ਕਰ ਰਹੇ ਹੋ। ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਹੀਨੇ ਦਾ ਬੜਾ ਰੂਪ ਕਥਨ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਤ ਸੰਗਤ ਦੇ ਨਾਲ, ਸਾਧੂ ਜਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦੇ ਰਹੇ ਹੈ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰਸੰਗਤ ਜੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਇਸ ਮਹੀਨੇ ਦੇ ਫਲ ਦੇ ਵਿੱਚ ਉਪਦੇਸ਼ ਦਿੱਤਾ ਹੈ। ਜ਼ਿਆਦਾ ਤੋਂ ਜ਼ਿਆਦਾ ਮਹਾਰਾਜ ਜੋਰ ਨਾਮ ਤੇ ਪਾਉਂਦੇ ਆ ਭਾਈ। ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਬਿਰਤੀ ਵਾਹਿਗੁਰੂ ਦੇ ਸਿਮਰਨ ਦੇ ਨਾਲ, ਨਾਮ ਦੇ ਨਾਲ ਜੁੜੀ ਹੋਈ ਹੈ, ਉਹਨਾਂ ਨੂੰ ਕਿਸੇ ਵੀ ਵਸਤੂ ਦਾ, ਕਿਸੇ ਵੀ ਪਦਾਰਥ ਦੀ ਘਾਟ ਨਹੀਂ ਹੋਇਆ ਕਰਦੀ। ਮਹਾਰਾਜ ਦਾ ਆਪ ਕਥਨ ਕਰਦੇ ਆ ਕਿ ਭਾਈ ਅਸੀਂ ਹਰ ਵਕਤ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਾਂ। ਸੇਵੀ ਸਤਿਗੁਰ ਆਪਣਾ ਹਰ ਸਿਮਰੀ ਤਿਨ ਸਭ ਰਹਿਣ, ਆਪ ਤਿਆਗ ਸਰਨੀ ਪਵਾਂ ਮੁਖ ਬੋਲੀ ਵਿਛੜੇ ਬਹਿਣ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਕਿਰਪਾ ਕੀਤੀ ਹੈ। ਸੁਭਾਗ ਸਮਾਂ ਪ੍ਰਾਪਤ ਹੋਇਆ ਜਿਹੜਾ ਗੁਰੂ ਚਰਨਾਂ ਦਾ ਆਪਾਂ ਆਨੰਦ ਮਾਣ ਰਹੇ ਹਾਂ। ਇਹ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਾਰਨਮਾਲਾ ਦੀ ਉਚਾਰਨ ਕੀਤੀ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਜੀ ਤੋਂ ਆਪ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਸਾਨੂੰ ਹਰ ਮਹੀਨੇ ਦਾ ਫਲਾ ਰੂਪ ਜੋ ਬ੍ਰਾਹਮਣਾਂ ਤੋਂ ਸੁਣਨਾ ਪੈਂਦਾ ਹੈ, ਉਹਨਾਂ ਨੂੰ ਕਹਿਣਾ ਪੈਂਦਾ, ਮਹਾਰਾਜ ਕੋਈ ਆਉਂਦਾ ਜਾਂ ਨਹੀਂ ਆਉਂਦਾ, ਆਪ ਜੀ ਕਿਰਪਾ ਕਰਕੇ ਕੋਈ ਐਸੀ ਬਾਣੀ ਉਚਾਰਨ ਕਰੋ ਜਿਸ ਦੇ ਪੜ੍ਹਨੇ ਤੇ ਸੁਣਨੇ ਕਰਕੇ ਸੁਖਾਲੇ ਹੀ ਅਰਥ ਵੀ ਸਮਝ ਆ ਜਾਇਆ ਕਰਨ ਅਤੇ ਸਿੱਖਾਂ ਨੂੰ ਮਹੀਨੇ ਦਾ ਫਲ ਰੂਪ ਵੀ ਪਤਾ ਲੱਗ ਜਾਇਆ ਕਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਬਾਰੇ ਕਿਹਾ ਕਿ ਭਾਈ ਉਹ ਬਾਣੀ ਉਚਾਰਨ ਕੀਤੀ ਹੈ। ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮਹਾਰਾਜ ਉਹ ਤਾਂ ਵੱਡੇ ਵੱਡੇ ਵਿਦਵਾਨ ਨਹੀਂ ਉਸ ਬਾਣੀ ਦੀ ਅਰਥ ਕਰ ਸਕਦੇ। ਸੋ ਮਹਾਰਾਜ ਸੰਗਤ ਨੂੰ ਐਸਾ ਦਾ ਉਪਦੇਸ਼ ਜੋ ਪਹਿਲੇ ਸਰੂਪ ਦੇ ਵਿੱਚ ਉਚਾਰਨ ਕੀਤਾ ਸਮਝਣਾ ਬੜਾ ਕਠਿਨ ਹੈ। ਆਪ ਜੀ ਕੋਈ ਸੁਖਾਲੀ ਬਾਣੀ ਉਚਾਰਨ ਕਰੋ। ਫਿਰ ਗੁਰਸੰਗਤ ਜੀ ਮਹਾਜ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਬਾਣੀ ਵਾਰਨਮਾਲਾ ਦੀ ਉਚਾਰਨ ਕੀਤੀ ਹੈ। ਆਪ ਜੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹਾਜ਼ਰੀਆਂ ਲਵਾ ਰਹੇ ਹੋ। ਸੋ ਆਓ ਪਾਵਨ ਪਵਿੱਤਰ ਕਥਾ ਵਿਚਾਰਾਂ ਦੇ ਨਾਲ ਜੁੜੀਏ। ਫੱਗਣ ਮਹੀਨੇ ਦੀ ਕਥਾ ਰੰਗ ਕਰਦਿਆਂ ਹੋਇਆਂ ਗੁਰਸੰਗਤ ਜੀ
ਇੱਕ ਵਾਰੀ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਿਵ ਬਿਰਤੀ ਨੂੰ ਜੋੜੀਏ। ਰਸਨਾ ਦੇ ਤਾਈਂ ਸਭ ਸੰਗਤ ਪੁਰਤਰ ਕਰੋ। ਇੱਕ ਵਾਰੀ ਆਪੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ। ਸੋ ਕਥਨ ਕਰਦੇ ਹੈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਫਗਣ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਮੰਨਿਆ ਜਾਂਦਾ ਹੈ, ਉਹਨਾਂ ਨੂੰ ਸੋਭਨੀਕ ਮੰਨਿਆ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਜੋ ਆਨੰਦ ਉਪਾਰਜਨ ਆਨੰਦ ਪੈਦਾ ਹੋ ਗਿਆ। ਹਰ ਸੱਜਣ ਪ੍ਰਗਟੇ ਆਏ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਹਰ ਹਰੀ ਸੱਜਣ ਰੂਪ ਹੋ ਕੇ ਮਿੱਤਰ ਰੂਪ ਹੋ ਕੇ ਪ੍ਰਗਟੇ ਆਏ, ਪ੍ਰਗਟ ਹੋ ਆਏ ਹੈ। ਸੰਗਤ ਜੀ, ਜਿਨ੍ਹਾਂ ਦਾ ਸੱਜਣ ਵਾਹਿਗੁਰੂ ਬਣ ਜਾਂਦਾ ਹੈ ਨਾ, ਅਤੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ। ਉਹਨਾਂ ਨੂੰ ਹਰ ਇੱਕ ਜੀਵ, ਹਰ ਇੱਕ ਜਗ੍ਹਾ, ਹਰ ਇੱਕ ਥਾਂ ਸੁਹਾਵਣੀ ਬਣ ਜਾਂਦੀ ਹੈ। ਅਤੇ ਮਹਾਰਾਜ ਜੀ ਆਪਾਂ ਹਰ ਰੋਜ਼ ਪੜ੍ਹਦੇ ਹਾਂ ਪਵਿੱਤਰ ਸ਼ਬਦ, ਸੱਜਣ ਸੱਚਾ ਪਾਤਸ਼ਾਹ ਸਿਰ ਸਾਂਭੈ ਸਾਹਿਬ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੀ ਸਾਹਿਬ। ਉਹ ਸਾਰਿਆਂ ਦਾ ਭਾਈ ਮਾਲਕ ਐਸਾ ਸੱਜਣ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਸੰਗਤ ਜੀ ਜਗਤ ਦੇ ਅੰਦਰ ਜੀਵਾਂ ਦਾ ਉਧਾਰ ਕਰਨ ਵਾਸਤੇ ਗਏ, ਤੇ ਸੱਜਣ ਠੱਗ ਨੂੰ ਵੀ ਮਹਾਰਾਜ ਜੀ ਨੇ ਇਹੀ ਉਪਦੇਸ਼ ਦਿੱਤਾ ਸੀ ਕਿ ਭਾਈ ਸੁਭ ਗੁਣਾ ਰੂਪੀ ਸੱਜਣ ਬਣਾ ਅਤੇ ਨਿਰੰਕਾਰ ਰੂਪੀ ਸੱਜਣ ਮਿੱਤਰ ਬਣਾ, ਜਿਹੜਾ ਤੇਰੇ ਪ੍ਰਲੋਕ ਦੇ ਵਿੱਚ ਵੀ ਸਹਾਈ ਹੋਏਗਾ। ਮਹਾਰਾਜ ਕਹਿੰਦੇ ਉਜਲ ਕੈ ਹਾਜਰ ਕਨਾ ਘੋਟਮ ਕਲੜੀ ਮਸ, ਧੋਤਿਆਂ ਜੂਠ ਨ ਉਤਰੈ ਜੇ ਸੋ ਧੋਵਣ ਤਿਸ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲਿਖਾ ਮੰਗੀਐ ਤਿੱਥੈ ਖੜੇ ਦਸਨ। ਅਤੇ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਕਿ ਭਾਈ ਫਾਲਗੁਣ ਆਨੰਦ ਉਪਾਰਜਨ, ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਆਨੰਦ ਉਪਾਰਜਨ ਪੈਦਾ ਹੁੰਦਾ ਹੈ, ਜਿਨ੍ਹਾਂ ਨੂੰ ਸੱਜਣ ਪ੍ਰਗਟ ਹੋਏ ਆਏ ਹੈ। ਆਨੰਦ ਇੱਕ ਬਹੁਤ ਵੱਡੀ ਅਵਸਥਾ ਹੋਇਆ ਕਰਦੀ ਹੈ ਗੁਰਸੰਗਤ ਜੀ। ਆਨੰਦ ਦੇ ਵਿੱਚ ਜੀਵ ਨੂੰ ਨਾ ਦੁੱਖ, ਨਾ ਸੁੱਖ, ਨਾ ਵੈਰੀ ਅਤੇ ਨਾ ਹੀ ਕੋਈ ਆਪਣਾ ਕੋਈ ਪ੍ਰਤੀਕ ਹੁੰਦਾ ਹੈ। ਆਨੰਦ ਦੇ ਵਿੱਚ ਹਮੇਸ਼ਾ ਜੀਵ ਮਨੁੱਖ ਸੁਭ ਗੁਣਾਂ ਦੇ ਵਿੱਚ ਰਹਿੰਦਾ ਹੈ, ਆਸੁਰੀ ਸੰਪਦਾ ਦਾ ਖਾਤਮਾ ਹੀ ਕਰ ਦਿੰਦਾ ਹੈ। ਇਹ ਆਨੰਦ ਕੋਈ ਐਸੀ ਅਵਸਥਾ ਨਹੀਂ ਹੈ ਕਿ ਯੋਗ ਸਾਧਨ ਕਰ ਲਈ ਆਨੰਦ ਪੈਦਾ ਹੋ ਗਿਆ। ਨਹੀਂ ਭਾਈ, ਯੋਗ ਸਾਧਨਾ ਦੇ ਨਾਲ ਕਈ ਵਾਰੀ ਉਮਰ ਤਾਂ ਆਪਾਂ ਵਧਾ ਲਈ ਦੀ ਹੈ, ਇਸ ਤੋਂ ਆਦ ਲੈ ਕੇ ਹੰਕਾਰ ਵੀ ਜੀਵ ਨੂੰ ਹੋ ਜਾਂਦਾ, ਪਰ ਆਨੰਦ ਪੈਦਾ ਹੋਣਾ ਬਹੁਤ ਵੱਡੀ ਗੱਲ ਹੈ। ਇਹ ਬਾਣੀ ਤੋਂ ਬਿਨਾਂ, ਨਾਮ ਤੋਂ ਬਿਨਾਂ, ਸਾਧੂਆਂ ਦੀ ਸੰਗਤ ਤੋਂ ਬਿਨਾਂ ਆਨੰਦ ਪੈਦਾ ਨਹੀਂ ਹੁੰਦਾ। ਕਿਉਂਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਵੀ ਇੱਕ ਗੁਰਸੰਗਤ ਜੀ ਸਾਧੂ ਆਇਆ ਸੀ, ਅਤੇ ਉਹਨੇ ਵੀ ਆ ਕੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਆਨੰਦ ਨਹੀਂ ਪੈਦਾ ਹੋ ਰਿਹਾ। ਗੁਰਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਕਿ ਇਹ ਜੂਨ ਦੇ ਵਿੱਚ, ਇਹ ਜਨਮ ਦੇ ਵਿੱਚ ਤੁਹਾਨੂੰ ਆਨੰਦ ਨਹੀਂ ਪੈਦਾ ਹੋਏਗਾ। ਕਿੰਨੇ ਮਰਜ਼ੀ ਸਾਧਨ ਕਰ ਲਓ, ਜੋ ਸਾਧਨ ਕਰ ਲਓ। ਮਹਾਰਾਜ ਕਹਿੰਦੇ ਤੁਹਾਨੂੰ ਫਿਰ ਦੁਬਾਰਾ ਮਰ ਕੇ ਸਾਡੀ ਕੁਲ ਦੇ ਵਿੱਚ ਜਨਮ ਲੈਣਾ ਪਏਗਾ। ਆਪ ਜੀ ਨੂੰ ਪਤਾ ਹੈ, ਜਿਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚੋਂ ਸਾਧੂ ਗੁਰਸੰਗਤ ਜੀ ਜਨਮ ਲਿਆ, ਤੇ ਮਹਾਰਾਜ ਜੀ ਨੇ ਉਸ ਦਾ ਆਨੰਦ ਨਾਮ ਰੱਖਿਆ। ਇੱਥੋਂ ਤੱਕ ਕਿਹਾ ਜਾਂਦਾ ਹੈ ਉਸ ਦੇ ਪ੍ਰਥਾਏ ਫਿਰ ਧੰਨ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਨੰਦ ਸਾਹਿਬ ਦੀ ਬਾਣੀ ਜੋ ਉਚਾਰਨ ਕੀਤੀ ਹੈ। ਗੁਰਸੰਗਤ ਜੀ ਆਪਾਂ ਪੜ੍ਹਦੇ ਹਾਂ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਪ ਬ੍ਰਹਮ ਪ੍ਰਪਾਇਆ ਉਤਰੇ ਸਤਿਗੁਰ ਸੂਰੇ। ਤੇ ਜਦੋਂ ਆਨੰਦ ਪੈਦਾ ਹੁੰਦਾ ਹੈ, ਉਸ ਵਕਤ ਮਨ ਚਾਉ ਭਇਆ,
ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਕੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਣਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰ ਜੋਗੋ। ਉਹਨਾਂ ਦੀ ਅਵਸਥਾ ਐਸੀ ਹੁੰਦੀ ਹੈ, ਸੋਗ ਦੁਖ ਨਾ ਵਿਆਪੇ। ਭਾਈ ਕੋਈ ਸੋਗ ਕੋਈ ਦੁੱਖ ਜਿਨ੍ਹਾਂ ਦੇ ਹਿਰਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ, ਉਹਨਾਂ ਨੂੰ ਨਹੀਂ ਵਿਆਪਦਾ। ਮਹਾਰਾਜ ਜੀ ਵੀ ਉਪਦੇਸ਼ ਵਰਗ ਜੋ ਸਾਨੂੰ ਦੱਸ ਰਹੇ ਆ, ਉਪਦੇਸ਼ ਦੇ ਰਹੇ ਹੈ। ਕਹਿੰਦੇ ਭਾਈ ਹਰ ਸੱਜਣ ਪ੍ਰਗਟਿਆ, ਜਿਨ੍ਹਾਂ ਦੇ ਹਿਰਦੇ ਰੂਪੀ ਜਾਂ ਅੰਤਸ਼ ਰੂਪੀ ਘਰ ਦੇ ਵਿੱਚ ਸੱਜਣ ਪ੍ਰਗਟ ਹੋ ਆਏ ਹੈ, ਉਹਨਾਂ ਦੇ ਗੁਰਸੰਗਤ ਜੀ ਹਿਰਦੇ ਵਿੱਚ ਆਨੰਦ ਉਪਾਰਜਨਾ ਪੈਦਾ ਹੋ ਜਾਂਦਾ ਹੈ। ਆਨੰਦ ਹੈ ਤਾਂ ਸੱਜਣ ਸਾਡੇ ਨਾਲ ਹੀ ਹੈ, ਸਾਡੇ ਤੋਂ ਕੋਈ ਦੂਰ ਨਹੀਂ ਹੈ ਵਾਹਿਗੁਰੂ। ਪਰ ਗੁਰਸੰਗਤ ਜੀ ਪ੍ਰਗਟ ਹੋਣਾ ਬੜਾ ਔਖਾ ਹੈ। ਪ੍ਰਗਟ ਨਹੀਂ ਹੁੰਦਾ, ਸਾਡੇ ਅੰਦਰ ਹੈ ਜ਼ਰੂਰ ਹੈ, ਪਰ ਪ੍ਰਗਟ ਕਰਨਾ ਬਹੁਤ ਜੋ ਜਿਵੇਂ ਤਪ ਕਰਨਾ ਪੈਂਦਾ ਹੈ। ਕੋਈ ਤਪ ਇਹ ਨਹੀਂ ਕਿ ਪੁੱਠੇ ਲੰਮ ਕੇ ਤਪ ਕਰਨਾ, ਸੋ ਐਸਾ ਬੰਦਗੀ ਦਾ ਤਪ ਕਰਨਾ ਪੈਂਦਾ, ਬਾਣੀ ਪੜ੍ਹਨੀ ਪੈਂਦੀ ਹੈ। ਉਸ ਪ੍ਰਮਾਤਮਾ ਨੂੰ ਰਮੇ ਹੋਏ ਦੇਖਣਾ ਪੈਂਦਾ ਕਿ ਪ੍ਰਮਾਤਮਾ ਦਾ ਰਮਿਆ ਹੋਇਆ ਹੈ। ਜਿਵੇਂ ਭਾਈ ਕਨ੍ਹਈਆ ਜੀ ਨੇ ਦੇਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਭ ਜਗ੍ਹਾ ਤੇ ਵਿਆਪਕੀ ਹੈ। ਜਿੱਧਰ ਕਿੱਧਰ ਦੁਸ਼ਮਣਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ। ਕਦੇ ਸਮਾਂ ਸੀ ਭਾਈ ਨੰਦ ਲਾਲ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਰ ਇੱਕ ਜਗ੍ਹਾ ਤੇ ਦੇਖਿਆ, ਹਰ ਇੱਕ ਜਗ੍ਹਾ ਤੇ ਤੱਕਿਆ। ਇਸ ਤਰ੍ਹਾਂ ਆਪਣੇ ਗੁਰੂ ਨੂੰ, ਆਪਣੇ ਇਸ਼ਟ ਨੂੰ ਸਭ ਜਗ੍ਹਾ ਤੇ ਤੱਕ ਲੈਣਾ ਹੀ ਆਨੰਦ ਪੈਦਾ ਹੋ ਜਾਣਾ ਹੈ। ਉਸ ਵਕਤ ਫਿਰ ਨਾ ਦੁੱਖ ਤੇ ਨਾ ਸੁੱਖ ਦੀ ਅਵਸਥਾ ਰਹਿੰਦੀ ਹੈ, ਨਾ ਕੋ ਬੈਰੀ ਨਹੀਂ ਬਗਾਨੇ ਵਾਲੀ ਕੋਈ ਅਵਸਥਾ ਰਹਿੰਦੀ ਹੈ। ਸੋ ਉਸ ਵਕਤ ਤੱਕ ਗੁਰਸੰਗਤ ਜੀ ਆਨੰਦ ਹੀ ਆਨੰਦ ਪੈਦਾ ਹੋ ਜਾਂਦਾ ਹੈ। ਉਹਨਾਂ ਦੇ ਅੰਤਸਕਰਨ ਰੂਪੀ ਘਰ ਦੇ ਵਿੱਚ ਇਹ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਭਾਈ ਹਿਰਦੇ ਅੰਦਰ ਵਾਹਿਗੁਰੂ ਸੱਜਣ ਪ੍ਰਗਟ ਹੋ ਆਏ ਹਨ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਗੁਰਸੰਗਤ ਜੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਧੂ ਜਨ ਸੰਤ ਜਨ ਉਹਨਾਂ ਦੀ ਅਵਸਥਾ ਦੇ ਬਾਰੇ ਦੱਸਦੇ ਹੈ ਕਿ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਭਾਈ ਜੇ ਕਿਸੇ ਨੇ ਰਾਮ ਰਮੇ ਹੋਏ ਪ੍ਰਮਾਤਮਾ ਨੂੰ ਮਿਲਣਾ ਹੈ, ਜੇ ਪ੍ਰਮਾਤਮਾ ਦੇ ਰਮੇ ਹੋਏ ਦੇ ਕਿਸੇ ਨੇ ਦਰਸ਼ਨ ਕਰਨੇ ਹੈ, ਤਾਂ ਮਹਾਰਾਜ ਕਹਿੰਦੇ ਸੰਤਾਂ ਦਾ ਸੰਗ ਕਰ ਲਓ ਭਾਈ, ਉਹ ਸਹਾਈ ਹੈ, ਸਹਾਈ ਹੋਣ ਵਾਲੇ ਹੈ। ਜਿਵੇਂ ਵਿਚੋਲੇ ਹੁੰਦੇ ਹੈ, ਗੁਰਸੰਗਤ ਜੀ ਵਿਚੋਲੇ ਸਾਨੂੰ ਸਾਡੇ ਦੋ ਪਰਿਵਾਰਾਂ ਨੂੰ ਜੋੜ ਦਿੰਦੇ ਆ। ਜੇ ਕਿਤੇ ਚੰਗਾ ਕੋਈ ਵਿਚੋਲਾ ਮਿਲ ਜਾਵੇ, ਅਗਰ ਜੇ ਕੋਈ ਮਾੜਾ ਵਿਚੋਲਾ ਮਿਲ ਜਾਵੇ ਤੇ ਭਾਵੇਂ ਜੁੜੇ ਹੋਏ ਪਰਿਵਾਰ ਹੈ ਉਹਨਾਂ ਨੂੰ ਵੀ ਤੋੜ ਦਿੰਦੇ ਆ। ਇਸੇ ਕਰਕੇ ਸੰਤ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦਾ ਚਿੱਤ ਸ਼ਾਂਤ ਹੋਇਆ, ਜਿਨ੍ਹਾਂ ਦੇ ਹਿਰਦੇ ਅੰਦਰ ਵਿਕਾਰ ਨਹੀਂ ਹੁੰਦੇ, ਜਿਨ੍ਹਾਂ ਦੇ ਹਿਰਦੇ ਅੰਦਰ ਗੁਰਸੰਗਤ ਜੀ ਆਸੁਰੀ ਸੰਪਦਾ ਨਹੀਂ ਹੈ, ਜਿਨ੍ਹਾਂ ਨੂੰ ਰੋਕ ਕੇ ਰੱਖਿਆ, ਜਿਨ੍ਹਾਂ ਨੇ ਰੋਕ ਕੇ ਰੱਖਿਆ, ਜਿਹੜੇ ਹਰੀ ਦਾ ਸਿਮਰਨ ਕਰਦੇ ਰਹਿੰਦੇ ਹੈ ਅਤੇ ਜਿਹੜੇ ਮੰਗਦੇ ਵੀ ਕੀ ਹੈ ਮਹਾਰਾਜ ਵਿਸਰ ਨਾਮੀ ਦਾ ਤਾਰ ਆਪਣਾ ਨਾਮ ਦੇਵੋ, ਗੁਣ ਗਾਵਾਂ ਦਿਨ ਰਾਤ ਨਾਨਕ ਜਾਵੇ ਹੋ। ਜਿਹੜੇ ਹਰ ਵਕਤ ਉੱਠਦਿਆਂ ਬਹਿੰਦਿਆਂ ਸੌਂਦਿਆਂ ਵੀ ਵਾਹਿਗੁਰੂ ਦਾ ਸਿਮਰਨ ਕਰਦੇ, ਜਿਨ੍ਹਾਂ ਨਾਲ ਵਿਸਰਿਆ ਨਾਮ ਸੇਕ ਦੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ, ਉਹਨਾਂ ਨੂੰ ਸੰਤ ਕਿਹਾ ਭਾਈ ਜਿਨ੍ਹਾਂ ਨੂੰ ਹਰੀ ਦਾ ਨਾਮ ਨਹੀਂ ਵਿਸਰਦਾ, ਜਿਹੜੇ ਹਰ ਵਕਤ ਸਿਮਰਨ ਕਰਦੇ ਰਹਿੰਦੇ ਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਹਮੇਸ਼ਾ ਜੀਵ ਦੇ ਸਹਾਈ ਹੋਣ ਵਾਲੇ ਹੈ। ਇਸ ਗੱਲ ਦੇ ਵਿੱਚ ਸਹਾਈ ਹੁੰਦੇ ਹੈ ਕਿ ਉਹ ਪ੍ਰਮਾਤਮਾ ਦੇ ਨਾਲ ਮਿਲਾ ਦਿੰਦੇ ਆ, ਕਰ ਕਿਰਪਾ ਦੀਆ ਮਿਲਾਏ। ਉਹਨਾਂ ਨੇ ਰਾਮ ਵਾਹਿਗੁਰੂ ਨੂੰ ਮਿਲਾ ਦਿੱਤਾ ਹੈ। ਇਸੇ ਕਰਕੇ ਉਹਨਾਂ ਦਾ ਆਉਣਾ ਹੁੰਦਾ ਸੰਸਾਰ ਦੇ ਅੰਦਰ, ਭਾਈ ਜਨ ਪਰਉਪਕਾਰੀ ਆਏ, ਜੀ ਅਦਾਨ ਤੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ। ਉਹ ਹਰੀ ਦੇ ਨਾਲ ਮਿਲਾ ਦਿੰਦੇ ਆ, ਕਿਉਂਕਿ ਉਹਨਾਂ ਦਾ ਜੰਮਣ ਮਰਨ ਨਹੀਂ ਭਾਈ ਹੋਇਆ ਕਰਦਾ, ਉਹ ਤਾਂ ਪਰਉਪਕਾਰ ਵਾਸਤੇ ਆਇਆ ਕਰਦੇ ਆ। ਜੀਵਾਂ ਤੇ ਐਸਾ ਪਰਉਪਕਾਰ ਕਰਦੇ ਆ ਜਿਹੜੇ ਰੋਂਦੇ ਫਿਰਦੇ ਜੀਵ, ਜਿਨ੍ਹਾਂ ਨੇ ਭਾਈ ਵਿਕਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ। ਪਰ ਜੇ ਕਿਤੇ ਪੂਰਨ ਸਾਧੂ ਦਾ ਸੰਗ ਹੋ ਜਾਵੇ ਤੇ ਉਹ ਨਾਮ ਬਾਣੀ ਦੇ ਨਾਲ ਜੋੜ ਦਿੰਦੇ ਆ। ਗੁਰਸੰਗਤ ਜੀ ਸੰਤ ਗੁਰਬਚਨ ਸਿੰਘ ਜੀ ਮਾਲਵਾ ਜੀ ਜੋ ਬਰਨਾਲੇ ਦੇ, ਆਪ ਜੀ ਕਿਸੇ
ਗੁਰਮੁਖ ਨੇ ਦਰਸ਼ਨ ਵੀ ਕੀਤੇ ਹੋਣਗੇ ਅਤੇ ਆ ਥੋੜਾ ਸਮਾਂ ਹੋਇਆ ਹੈ ਉਹ ਸੱਚਖੰਡ ਪਧਾਰ ਗਏ ਹੈ ਅਤੇ ਉਹ ਐਸੇ ਸਾਧੂ ਸੀ, ਐਸੀ ਬੰਦਗੀ ਵਾਲੀ ਰੂਹ ਸੀ ਜੋ ਦਾਸ ਨੂੰ ਦੱਸਿਆ ਗੁਰਮੁਖਾਂ ਨੇ। ਕਹਿੰਦੇ ਜਦੋਂ ਕੋਈ ਬਾਣੀ ਨਹੀਂ ਸੀ ਪੜ੍ਹਦਾ, ਕੋਈ ਸਿਮਰਨ ਨਹੀਂ ਸੀ ਕਰਦਾ ਅਤੇ ਉਹਨੂੰ ਕਈ ਵਾਰੀ ਲਾਲਚ ਵੀ ਦਿੰਦੇ ਕਿ ਭਾਈ ਤੂੰ ਸਾਡੇ ਤੋਂ 2000 ਰੁਪਇਆ ਲੈ ਲਈ, 3000 ਰੁਪਇਆ ਲੈ ਲਈ, ਆ ਕੇ ਇੱਥੇ ਸਿਮਰਨ ਕਰਿਆ ਕਰ, ਇੱਥੇ ਬਾਣੀ ਪੜ੍ਹਿਆ ਕਰ। ਕਿਸੇ ਪਰਿਵਾਰਾਂ ਨੂੰ ਦਿੰਦੇ ਵੀ ਸਨ। ਸੋ ਇਸ ਕਰਕੇ ਉਹ ਇੱਕ ਵਾਰੀ ਕੋਈ ਸੰਗਤ ਜੀ ਰੀਤ ਲਾ ਲੈਂਦੇ ਆ, ਸਾਡੀ ਪ੍ਰੀਤੀ ਪਰਮਾਤਮਾ ਦੇ ਨਾਲ ਲਾ ਲੈਂਦੇ ਆ। ਬਾਅਦ ਦੇ ਵਿੱਚ ਮਾਇਆ ਦਾ ਤਾਂ ਲਾਲਚ ਹੀ ਨਹੀਂ ਰਹਿੰਦਾ। ਜਦੋਂ ਇੱਕ ਵਾਰ ਪ੍ਰੇਮ ਗੁਰੂ ਦੇ ਨਾਲ ਪੈ ਜਾਵੇ ਨਾ, ਫਿਰ ਨਹੀਂ ਮਾਇਆ ਦਾ ਲਾਲਚ ਰਹਿੰਦਾ, ਬਸ ਪੈਣਾ ਹੀ ਬੜਾ ਔਖਾ ਹੈ। ਇਸ ਕਰਕੇ ਜਿਨ੍ਹਾਂ ਦਾ ਪ੍ਰੇਮ, ਜਿਨ੍ਹਾਂ ਦੀ ਪ੍ਰੀਤੀ ਵਾਹਿਗੁਰੂ ਦੇ ਨਾਲ ਪੈ ਜਾਂਦੀ ਹੈ ਅਤੇ ਗੁਰਸੰਗਤ ਜੀ ਉਹਨਾਂ ਨੂੰ ਕਦੇ ਵਿਕਾਰ ਨਹੀਂ ਕਰਦੇ। ਉਹਦਾ ਜੀਵ ਇਸ ਦੀ ਏਕਤਾ ਵਾਲੇ ਹੋ ਜਾਂਦੇ ਹੈ। ਉਹਨਾਂ ਨੇ ਆਪਣੀ ਆਤਮਾ ਦਾ ਗਿਆਨ ਕਰਵਾ ਲਿਆ ਹੁੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੰਤ ਸਾਧੂ ਜਨ ਉਹ ਸਹਾਈ ਹੋ ਜਾਂਦੇ ਆ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਦੇ ਵਾਸਤੇ ਅਤੇ ਉਹ ਫਿਰ ਕਿਰਪਾ ਕਰ ਦਿੰਦੇ ਆ, ਪ੍ਰਭੂ ਦੇ ਨਾਲ ਮਿਲ ਪੈਂਦਾ ਹੈ। ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ। ਜਿਹੜੇ ਮਿਲ ਪੈਂਦੇ ਆ ਗੁਰਸੰਗਤ ਜੀ, ਉਹਨਾਂ ਦੀ ਜਿਹੜੀ ਅੰਤਸ਼ਕਰਨ ਰੂਪੀ ਸੇਜ ਸਹਿਜਾ ਹੈ ਉਹ ਸੁਹਾਵੀ ਹੋ ਜਾਂਦੀ ਹੈ, ਸੋਭਨੀਕ ਹੋ ਜਾਇਆ ਕਰਦੀ ਹੈ। ਤੇ ਫਿਰ ਗਰੀਬ ਨਵਾਜ ਕਹਿੰਦੇ ਸਰਬ ਸੁਖ, ਉਹਨਾਂ ਨੂੰ ਸਭ ਤਰ੍ਹਾਂ ਕਰਕੇ ਸੁਖ ਮਿਲ ਜਾਂਦੇ ਹੈ। ਨਾਮ ਜਪਣ ਵਾਲੀਆਂ ਰੂਹਾਂ ਨੂੰ ਜੋ ਹਰ ਇੱਕ ਤਰ੍ਹਾਂ ਕਰਕੇ ਸੁਖ ਮਿਲ ਜਾਂਦਾ ਗੁਰਸੰਗਤ ਜੀ, ਉਹਨਾਂ ਦੀ ਜਾਏ ਜਗ੍ਹਾ ਤੇ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਆਉਂਦਾ ਅਥਵਾ ਦੁੱਖਾਂ ਨਾਲ ਹੀ ਜਾਏ। ਦੁੱਖਾਂ ਦੀ ਤਾਂ ਜਾਏ ਜਗ੍ਹਾ ਹੀ ਨਹੀਂ ਰਹਿੰਦੀ, ਕਿਸੇ ਤਰ੍ਹਾਂ ਦੀ ਦੁੱਖ ਦੀ ਜਗ੍ਹਾ ਹੀ ਨਹੀਂ ਰਹਿੰਦੀ। ਭਾਵੇਂ ਸਰੀਰਕ ਦੁੱਖ ਆ ਵੀ ਜਾਂਦੇ ਹੈ ਗੁਰਸੰਗਤ ਜੀ, ਪਰ ਉਹ ਦੁੱਖਾਂ ਨੂੰ ਜਾਏ ਜਗ੍ਹਾ ਨਹੀਂ ਦਿਆ ਕਰਦੇ। ਜੇ ਇਤਿਹਾਸ ਦੇ ਅੰਦਰ ਆਪਾਂ ਵਾਕੀਏ ਤਾਂ ਇੱਕ ਨਹੀਂ ਅਨੇਕਾਂ ਹੀ ਇਤਿਹਾਸ ਦੇ ਵਿੱਚ ਐਸੇ ਗੁਰਮੁਖਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਰੀਰ ਦੇ ਵਿੱਚ ਦੁੱਖ ਤਾਂ ਬਹੁਤ ਝੱਲੇ ਪਰ ਦੁੱਖਾਂ ਨੂੰ ਕਦੇ ਜਗ੍ਹਾ ਨਹੀਂ ਦਿੱਤੀ। ਜੇ ਗੁਰਸੰਗਤ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਤ ਪੜ੍ਹੀਏ ਤਾਂ ਐਸਾ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਹੈ ਜੋ ਪੜ੍ਹਦਿਆਂ ਨੇਤਰਾਂ ਦੇ ਵਿੱਚੋਂ ਜਲ ਵਹਿ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਾਣੀ ਵੀ ਨਹੀਂ ਸੀ ਪੀਣ ਦਿੱਤਾ ਗਿਆ। ਚੰਦੂ ਪਾਪੀ ਦੇ ਵੱਲੋਂ ਕਿਹਾ ਗਿਆ ਸੀ ਕਿ ਜੇ 1 ਲੱਖ ਰੁਪਇਆ ਪਹਿਲਾਂ ਇਹ ਭਰਨਗੇ ਤਾਂ ਫਿਰ ਪਾਣੀ ਵੀ ਦਿੱਤਾ ਜਾਵੇਗਾ। ਜੇ ਪ੍ਰਸ਼ਾਦਾ ਛਕਣਾ ਤਾਂ ਵੀ 1 ਲੱਖ ਰੁਪਇਆ ਪਹਿਲਾਂ ਭਰਾਇਆ ਜਾਏ, ਪਹਿਲਾਂ ਭਰਨੇ ਫਿਰ ਜੋ ਇਹਨਾਂ ਨੂੰ ਲੰਗਰ ਛਕਣ ਦਿੱਤਾ ਜਾਏਗਾ। ਤੇ ਧੰਨ ਦੀਨ ਦਿਆਲ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਸੰਗਤ ਜੀ ਲੰਗਰ ਨਹੀਂ ਸੀ ਛਕਿਆ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਆਖਿਆ ਸੀ ਕਿ ਭਾਈ ਇਹ ਗੁਰੂ ਘਰ ਦੀ ਮਾਇਆ ਹੈ, ਇਹ ਗੁਰੂ ਕੇ ਸਿੱਖਾਂ ਦੀ ਮਾਇਆ ਹੈ, ਮੈਂ ਐਸੇ ਪਾਪੀਆਂ ਦੇ ਹੱਥ ਮਾਇਆ ਨਹੀਂ ਪਕੜਾਉਣੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਸੰਗਤ ਜੀ ਲੰਗਰ ਤੋਂ ਭੁੱਖੇ ਰਹਿ ਕੇ, ਪਾਣੀ ਤੋਂ ਪਿਆਸੇ ਰਹਿ ਕੇ ਮਹਾਰਾਜ ਜੀ ਨੇ ਸ਼ਹੀਦੀ ਜੋ ਸ਼ਾਂਤ ਸ਼ਹੀਦੀ ਦਿੱਤੀ। ਭਾਵੇਂ ਚੰਦੂ ਵਰਗਿਆਂ ਨੇ ਬਹੁਤ ਦੁੱਖ ਦਿੱਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ, ਤੱਤੀਆਂ ਤਵੀਆਂ ਤੇ ਵੀ ਉਠਾਇਆ ਗਿਆ, ਉੱਪਰ ਜੋ ਤੱਤਾ ਗਰਮ ਰੇਤਾ ਵੀ ਪਾਉਂਦੇ ਰਹੇ ਹੈ, ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਤੇਰਾ ਭਾਣਾ ਮਿੱਠਾ ਲੱਗਿਆ। ਇਹੋ ਹੀ ਮੰਗਿਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸੀ ਤੇਰੇ ਭਾਣੇ ਦੇ ਵਿੱਚ, ਤੇਰਾ ਭਾਣਾ ਹੀ ਸਾਨੂੰ ਮਿੱਠਾ ਲੱਗਦਾ ਹੈ। ਸ਼ਹੀਦ ਬਾਬਾ ਦੀਪ ਸਿੰਘ ਦੀ ਗੁਰਸੰਗਤ ਜੀ ਉਹਨਾਂ ਦੇ ਬਾਬਤ ਜਦੋਂ ਪੜ੍ਹਦੇ ਆ, 80 ਸਾਲ ਦਾ ਬਜ਼ੁਰਗ ਜਿਸ ਉਮਰ ਦੇ ਵਿੱਚ ਗੁਰਮੁਖ ਜਨ ਗੁਰਸੰਗਤ ਜੀ ਪੜ੍ਹਨ ਲਿਖਣ ਦਾ ਕੰਮ ਕਰਦੇ ਆ, ਉਸ ਉਮਰ ਦੇ ਵਿੱਚ ਆ ਕੇ ਮਹਾਂਪੁਰਖ ਬਾਬਾ ਦੀਪ ਸਿੰਘ ਜੀ ਨੇ ਗੁਰਸੰਗਤ ਜੀ ਖੰਡਾ ਚੁੱਕਿਆ ਅਤੇ ਵੈਰੀਆਂ ਦੇ ਜੋ ਬਾਹੂ ਲਾਉਂਦੇ ਆਏ ਅਤੇ ਆਪ ਜੀ ਨੇ ਇਤਿਹਾਸ ਪੜ੍ਹਿਆ ਹੋਵੇਗਾ। ਦਮਦਮਾ ਸਾਹਿਬ ਤੋਂ ਥੋੜੇ ਜਿਹੇ ਸਿੰਘ ਨਾਲ ਸਨ। ਚਲਦਿਆਂ 5000 ਦੀ ਗਿਣਤੀ ਹੋ ਗਈ ਅਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੱਗੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਮੈਂ ਹੁਣ ਆਪ ਜੀ ਦੇ
ਪਾਵਨ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ ਦਾ ਜੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਰਾਵਾਂਗਾ ਅਤੇ ਮਹਾਰਾਜ ਆਪ ਜੀ ਦੇ ਚਰਨਾਂ ਤੇ ਆਪਣਾ ਸੀਸ ਮੈਂ ਅਰਪਣ ਕਰਾਂਗਾ। ਉਸ ਵਕਤ ਗੁਰਸੰਗਤ ਜੀ ਰਸਤੇ ਦੇ ਵਿੱਚ ਚੱਲਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਦੋਂ ਸੀਸ ਅਲੱਗ ਹੋਇਆ ਤੇ ਕਿਸੇ ਸਿੰਘ ਨੇ ਆਵਾਜ਼ ਮਾਰ ਦਿੱਤੀ, ਮਹਾਂਪੁਰਖੋ ਹਜੇ ਤਾਂ ਥੋੜਾ ਹੀ ਪਿੰਡ ਤੁਸੀਂ ਕਹਿ ਕੀਤਾ ਹੈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰ ਤਾਂ ਦੂਰ ਹੈ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜੋ ਓਟ ਆਸਰਾ ਤੱਕਦਿਆਂ ਹੋਇਆ ਅਰਦਾਸ ਬੇਨਤੀ ਕਰਦਿਆਂ ਹੋਇਆ ਗੁਰਸੰਗਤ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਖੱਬੇ ਹੱਥ ਦੇ ਉੱਪਰ ਆਪਣਾ ਸੀਸ ਤਲੀ ਤੇ ਰੱਖਿਆ ਅਤੇ ਸੱਜੇ ਹੱਥ ਦੇ ਵਿੱਚ ਖੰਡਾ ਪਕੜ ਕੇ ਤੇ ਵੈਰੀਆਂ ਦੇ ਨਾਲ ਮੁਕਾਬਲਾ ਕਰਦੇ ਰਹੇ। ਇਹ ਧੰਨ ਸਨ ਅਤੇ ਇੱਕ ਪ੍ਰਣ ਕਰ ਲਿਆ ਕਿ ਜਿੰਨਾ ਸਮਾਂ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਨਹੀਂ ਭੇਟ ਕਰ ਦਿੰਦਾ, ਉਹਨਾਂ ਸਮਾਂ ਮੈਂ ਮੌਤ ਨੂੰ ਵੀ ਲਾਗੇ ਨਹੀਂ ਲੱਗਣ ਦੇਣਾ। ਜੇ ਪੜ੍ਹਦੇ ਹਾਂ ਭਾਈ ਤਾਰੂ ਸਿੰਘ ਜੀ ਦੀ ਸਾਖੀ, ਭਾਈ ਤਾਰੂ ਸਿੰਘ ਜੀ ਦਾ ਜਿਹੜਾ ਸੀਸ ਸੀ ਗੁਰਸੰਗਤ ਜੀ 21 ਦਿਨ ਜੋ ਭਾਈ ਤਾਰੂ ਸਿੰਘ ਦੀ ਖੋਪੜੀ ਜੁਦਾ ਰਹੀ ਹੈ, ਵੱਖਰੀ ਰਹੀ ਹੈ, ਖੋਪੜੀ ਨਾਲ ਨਹੀਂ ਸੀ, 21 ਦਿਨ ਵੱਖਰੀ ਰਹੀ ਹੈ ਅਤੇ 22ਵੇਂ ਦਿਨ ਜੋ ਦੁਸ਼ਮਣ ਸੀ ਪਾਪੀ ਨੂੰ ਜੁੱਤੀ ਦੀ ਨੋਕ ਤੇ ਅੱਗੇ ਲੈ ਕੇ ਗਏ ਸਨ। ਇਹ ਪ੍ਰਣ ਕੀਤਾ ਸੀ ਕਿ ਜਿੰਨਾ ਸਮਾਂ ਮੈਂ ਪਾਪੀ ਨੂੰ ਜੁੱਤੀ ਦੀ ਨੋਕ ਤੇ ਅੱਗੇ ਨਹੀਂ ਲੈ ਕੇ ਜਾਵਾਂਗਾ, ਉਹਨਾਂ ਸਮਾਂ ਮੈਂ ਵੀ ਮਰਾਂਗਾ ਨਹੀਂ, ਮੈਂ ਵੀ ਸ਼ਹੀਦ ਨਹੀਂ ਹੋਵਾਂਗਾ। ਇਹ ਧੰਨ ਸਨ ਉਹਨਾਂ ਦੇ ਪ੍ਰਣ। ਉਹ ਮਹਾਨ ਜੋ ਦੇ ਭਾਈ ਮਣੀ ਸਿੰਘ, ਭਾਈ ਤਾਰੂ ਸਿੰਘ, ਗੁਰਸੰਗਤ ਜੀ ਐਸੇ ਸੂਰਮਿਆਂ ਨੇ ਜਿਨ੍ਹਾਂ ਨੇ ਬੰਦ ਵੀ ਕਟਾਇਆ ਪਰ ਫਿਰ ਵੀ ਤੇਰੇ ਭਾਣੇ ਦੇ ਵਿੱਚ ਰਹੇ ਵਾਹਿਗੁਰੂ। ਉਹਨਾਂ ਨੇ ਕਿਤੇ ਵੀ ਦੁੱਖਾਂ ਨੂੰ ਜਾਇਜ਼ ਜਗ੍ਹਾ ਨਹੀਂ ਦਿੱਤੀ ਹੈ। ਉਹਨਾਂ ਨੇ ਐਸੀ ਅਵਸਥਾ ਬਣਾ ਲਈ ਸੱਚੇ ਪਾਤਸ਼ਾਹ ਮਹਾਰਾਜ ਕਿ ਉਹਨਾਂ ਦੀ ਭਾਈ ਹਿਰਦੇ ਰੂਪੀ ਘਰ ਦੇ ਵਿੱਚ ਤਾਂ ਸਰਬ ਸੁੱਖ ਸਾਰੇ ਸੁੱਖ ਹੋਇਆ, ਕੋਈ ਦੁੱਖ ਵਾਲੀ ਜਾਇਜ਼ ਜਗ੍ਹਾ ਹੀ ਨਹੀਂ ਹੈ। ਭਾਵੇਂ ਦੁੱਖ ਦੁਸ਼ਮਣ ਬੜੇ ਦਿੰਦੇ ਹੈ ਪਰ ਉਹਨਾਂ ਨੇ ਆਪਣੇ ਅੰਦਰ ਕਿਤੇ ਦੁੱਖ ਨੂੰ ਭਾਈ ਜਗ੍ਹਾ ਹੀ ਨਹੀਂ ਦਿੱਤੀ। ਧੰਨ ਸਨ ਉਹ ਮਾਤਾਵਾਂ ਜਿਨ੍ਹਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ। ਅੱਜ ਸਮੇਂ ਗੁਰਸੰਗਤ ਜੀ ਮਾਤਾਵਾਂ ਮੋਬਾਈਲਾਂ ਤੇ ਲੱਗ ਗਈਆਂ ਨੇ, ਜਦੋਂ ਪ੍ਰਸ਼ਾਦੇ ਬਣਾਉਂਦੇ ਆ, ਲੰਗਰ ਬਣਾਉਂਦੇ ਆ, ਉਸ ਵਕਤ ਵੀ ਮਾੜੇ ਗੀਤ ਚੱਲਦੇ ਆ ਅਤੇ ਸਾਡੇ ਬੱਚਿਆਂ ਨੂੰ ਉਹੀ ਲੰਗਰ ਛਕਾਇਆ ਜਾਂਦਾ, ਉਹੀ ਪ੍ਰਸ਼ਾਦਾ ਛਕਾਇਆ ਜਾਂਦਾ, ਜ਼ਹਿਰ ਬਣ ਕੇ ਹਰ ਵਕਤ ਬੱਚੇ ਵੀ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਪਰ ਮੁਖ ਤੇ ਗੁਰਬਾਣੀ ਨਹੀਂ ਰਹੀ, ਸਿਰ ਤੇ ਚੁੰਨੀ ਨਹੀਂ ਰਹੀ। ਜੋ ਗੁਰੂ ਦਾ ਇਤਿਹਾਸ ਸੀ ਕਦੇ ਪੜ੍ਹਿਆ ਨਹੀਂ। ਜੇ ਕਿਤੇ ਇਤਿਹਾਸ ਪੜ੍ਹਿਆ ਹੁੰਦਾ, ਪਤਾ ਹੁੰਦਾ ਕਿ ਸਮਾਂ ਸੀ ਜਦੋਂ ਜਗਦੀਆ ਖਾਨ ਵਰਗਿਆਂ ਨੇ ਗੁਰਸੰਗਤ ਜੀ ਸਿੱਖ ਬੀਬੀਆਂ ਦੇ ਬੱਚਿਆਂ ਨੂੰ ਟੋਟੇ ਕਰਕੇ ਤੇ ਉਹਨਾਂ ਦੇ ਗਲਾਂ ਦੇ ਹਾਰ ਬਣਾਇਆ ਗਿਆ ਅਤੇ ਫਿਰ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪੱਲਾ ਨਹੀਂ ਸੀ ਸਿੱਖ ਬੀਬੀਆਂ ਨੇ ਛੱਡਿਆ। ਧੰਨ ਸਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਪਰ ਫਿਰ ਵੀ ਉਹਨਾਂ ਨੇ ਗੁਰਸੰਗਤ ਜੀ ਹੌਸਲਾ ਨਹੀਂ ਸੀ ਹਾਰਿਆ। ਧੰਨ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਪੁੱਤਰ ਦਾ ਦਿਲ ਕੱਢ ਕੇ ਅਤੇ ਗੁਰਸੰਗਤ ਜੀ ਉਹਨਾਂ ਦੇ ਮੁਖ ਦੇ ਵਿੱਚ ਧੋਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਦਿਲ ਨਹੀਂ ਹਾਰਿਆ, ਧਰਮ ਨਹੀਂ ਸੀ ਤਬਦੀਲ ਕੀਤਾ। ਦੁੱਖ ਆਏ ਜ਼ਰੂਰ ਹੈ, ਆਉਂਦੇ ਵੀ ਹੈ, ਸਿੱਖ ਤੇ ਜਾਰੀ ਜ਼ਿਆਦਾ ਹੀ ਆਉਂਦੇ ਆ। ਭਾਈ ਪਰਖ ਕਰਦਾ ਵਾਹਿਗੁਰੂ। ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਕਿ ਜਿਹੜਾ ਚੰਦਨ ਹੈ ਪਾਣੀ ਉਸ ਨੂੰ ਤਾਂ ਹੀ ਡੋਬਦਾ ਕਿ ਜੇ ਚੰਦਨ ਭਾਈ ਅਮੋਲਕ ਹੋ ਜਾਵੇ, ਸੰਸਾਰ ਦੇ ਵਿੱਚ ਜਗਤ ਦੇ ਅੰਦਰ ਉਸ ਦਾ ਮੁੱਲ ਪੈ ਜਾਵੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਆਪਣੇ ਸਿੱਖ ਨੂੰ ਭਾਈ ਤਾਂ ਹੀ ਪਰਖਦੇ ਐ ਕਿ ਪਰਖਣ ਕਰਕੇ ਮੇਰੇ ਸਿੱਖ ਦਾ ਮੁੱਲ ਪੈਦਾ। ਕਿਤੇ ਇਹ ਆਮ ਹੀ ਕਿਤੇ ਤੁਰਿਆ ਨਾ ਕਿਤੇ ਫਿਰਦਾ ਰਹੇ, ਮੇਰਾ ਸਿੱਖ ਅਮੋਲਕ ਹੋ ਜਾਵੇ। ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਪਰਖ ਵੀ ਕਰਦੇ ਐ। ਜਦੋਂ ਸੋਨਾ ਇੱਕ ਸੁਨਿਆਰਾ ਪਰਖ ਲੈਂਦਾ ਹੈ ਗੁਰਸੰਗਤ ਜੀ, ਫਿਰ ਉਹਨੂੰ ਵਾਰ-ਵਾਰ ਪਰਖਣ ਦੀ ਲੋੜ ਨਹੀਂ ਪੈਂਦੀ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਿੱਖ ਨੂੰ ਪਰਖ ਲੈਂਦੇ ਐ, ਹੋਰ ਕਿਸੇ ਨੂੰ ਪਰਖਣ ਦੀ ਲੋੜ ਹੀ ਨਹੀਂ ਪੈਂਦੀ। ਪਰਖਿਆ ਸੀ ਪੰਜਾਂ ਪਿਆਰਿਆਂ ਨੂੰ ਕਿ ਭਾਈ ਸਾਨੂੰ ਇੱਕ ਸੀਸ ਦੀ ਲੋੜ ਹੈ ਤੇ ਸਿੰਘਾਂ ਨੇ ਗੁਰਸੰਗਤ ਜੀ
ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ 5 ਸੀਸ ਭੇਟਾ ਕਰ ਦਿੱਤੇ ਅੱਗੇ। ਸੋਚਿਆ ਨਹੀਂ ਸੀਗਾ, ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 3 ਆਵਾਜ਼ਾਂ ਮਾਰੀਆਂ ਸੀ, ਪਰ ਫਿਰ ਵੀ ਬਹੁਤ ਵੱਡੀ ਉਹਨਾਂ ਮਹਾਂਪੁਰਖਾਂ ਦੀ ਕਮਾਈ ਹੈ, 5 ਪਿਆਰਿਆਂ ਦੀ ਕਮਾਈ ਸੀ। ਗੁਰਸੰਗਤ ਜੀ ਉਸ ਵਕਤ ਤਾਂ ਮੌਤ ਤੋਂ ਇੰਨਾ ਡਰਿਆ ਕਰਦੀਆਂ ਸੀ ਸੰਗਤਾਂ, ਲੋਕ, ਕਿ ਕੋਈ ਆਪਣੇ ਹੱਥ ਦੇ ਅੰਦਰ ਕਰਦ ਨਹੀਂ ਸੀ ਪਕੜਿਆ ਕਰਦਾ। ਪਰ ਕਲਗੀਆਂ ਵਾਲੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ। ਗੁਰਸੰਗਤ ਜੀ, ਚਿੜੀਆਂ ਤੋਂ ਬਾਜ ਬਣਾ ਦਿੱਤਾ। ਚਿੜੀਆਂ ਸੇ ਮੈਂ ਬਾਜ ਰਾਹੂੰ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਧੰਨ ਕਲਗੀਆਂ ਵਾਲੇ ਪਿਤਾ ਮਹਾਰਾਜ ਨੇ ਐਸੀ ਕਿਰਪਾ ਕੀਤੀ। ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਤੇ ਉਹਨਾਂ ਦੀ ਭਾਰੀ ਦੁੱਖਾਂ ਦੀ ਜਾਇਜ਼ ਜਗ੍ਹਾ ਨਹੀਂ ਰਹਿੰਦੀ ਹੈ। ਇਛ ਪੁਨੀ ਬੜ ਭਾਗਣੀ, ਵਰ ਪਾਇਆ ਹਰ ਰਾਏ। ਗੁਰਸੰਗਤ ਜੀ, ਜਿਨ੍ਹਾਂ ਨੇ ਹਰ ਰਾਏ, ਹਰ ਹਰੀ ਪ੍ਰਮਾਤਮਾ ਰਾਏ ਪ੍ਰਕਾਸ਼ ਰੂਪ ਵਰ ਪਾਲਿਆ, ਵਰ ਨਾਮ ਹੁੰਦਾ ਪਤੀ ਦਾ, ਜੋ ਹਰੀ ਪ੍ਰਮਾਤਮਾ ਰੂਪੀ ਵਰ ਪਤੀ ਪ੍ਰਾਪਤ ਕਰ ਲਿਆ, ਪਾਲਿਆ, ਮਹਾਰਾਜ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਆ ਭਾਈ। ਅਤੇ ਉਹਨਾਂ ਦੀ ਹਰ ਇੱਕ ਇੱਛਾ ਉਹਦੀ ਪੂਰੀ ਹੋ ਗਈ ਹੈ। ਕਿਸੇ ਤਰ੍ਹਾਂ ਦੀ ਇੱਛਾ ਵੀ ਉਹਨਾਂ ਨੂੰ ਘਾਟ ਨਹੀਂ ਰਹਿੰਦੀ, ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਧਿਆਈਐ ਮੇਰੇ ਜੀਵੜੇ ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨ। ਇਸ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਗੁਰਸੰਗਤ ਦੀ ਘਾਟ ਨਹੀਂ ਰਹਿੰਦੀ। ਅਤੇ ਉਹਨਾਂ ਦਾ ਤਾਂ ਫਿਰ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਇੱਕ ਉਹਨਾਂ ਦੀ ਜੈ ਜੈਕਾਰ ਹਰ ਇੱਕ ਜਗ੍ਹਾ ਤੇ ਹੁੰਦੀ ਹੈ। ਸਾਡੀ ਇੱਛਾ ਹੁੰਦੀ ਹੈ ਸੰਸਾਰ ਦੇ ਅੰਦਰ ਸ਼ੋਭਾ ਹੋਵੇ, ਸਾਡੇ ਕੋਲੇ ਧਨ ਮਾਇਆ ਬਹੁਤੀ ਹੋਵੇ, ਪਰ ਉਹਨਾਂ ਨੂੰ ਤਾਂ ਕਿਸੇ ਚੀਜ਼ ਦੀ ਘਾਟ ਹੀ ਨਹੀਂ ਰਹਿੰਦੀ। ਸ਼ੋਭਾ ਵੀ ਹਰ ਇੱਕ ਜੀਵ ਉਹਨਾਂ ਦੀ ਜੈ ਜੈਕਾਰ ਕਰਦਾ ਹੈ। ਗੁਰਸੰਗਤ ਜੀ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਕੀਰਤਨਹਾਰਾ। ਅਤੇ ਉਹਨਾਂ ਦੀ ਲੋਕ ਦੇ ਵਿੱਚ, ਪਰਲੋਕ ਦੇ ਵਿੱਚ ਸ਼ੋਭਾ ਹੁੰਦੀ ਹੈ। ਇਸ ਕਰਕੇ ਇਸ ਪੁੰਨੀ ਵੱਡ ਭਾਗਣੀ, ਉਹ ਵੱਡਿਆਂ ਭਾਗਾਂ ਵਾਲੇ ਹੈ, ਜਿਨ੍ਹਾਂ ਨੇ ਵਰ ਪਾਇਆ ਹਰ ਰਾਏ, ਹਰੀ ਪ੍ਰਮਾਤਮਾ ਰੂਪੀ ਵਰ ਪਤੀ ਨੂੰ ਪਾਲਿਆ। ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ। ਮਿਲ ਸਹਿਆ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਮਹਾਰਾਜ ਕਥਨ ਕਰਦੇ ਹੈ ਕਿ ਗੁਰਮੁਖੋ, ਜੋ ਸਾਧੂਆਂ ਰੂਪੀ ਜਿਹੜੀਆਂ ਸਹੀਆਂ ਹਨ, ਸਖੀਆਂ ਹਨ, ਉਹਨਾਂ ਦੇ ਨਾਲ ਮਿਲ ਕੇ ਮੰਗਲ ਗਾਵਹੀ, ਵਾਹਿਗੁਰੂ ਦੇ ਮੰਗਲਾਂ ਦੇ ਤਾਈ ਗਾਵਹੀ, ਗਾਉਣਾ ਕਰੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਜੋ ਸਾਧੂਆਂ ਦੀ ਸੰਗਤ ਦੇ ਵਿੱਚ ਜਾਣਾ, ਦੁਨਿਆਵੀ ਗੀਤ ਨਹੀਂ ਗਾਉਣੇ ਭਾਈ। ਗੀਤ ਕਿਹਦੇ ਗਾਉਣੇ ਆ? ਜੋ ਗੋਬਿੰਦ, ਗੋ ਜੋ ਵੇਦਾਂ ਦੇ ਕਰਕੇ ਵਿਦ ਜਾਣਨ ਯੋਗ ਹੈ। ਜੋ ਗੁਰਸੰਗਤ ਜੀ ਗੋ ਇੰਦਰੀਆਂ ਦੇ ਵਿਦ ਪ੍ਰਕਾਸ਼ ਦੇ ਰੂਪ ਹੈ ਵਾਹਿਗੁਰੂ, ਉਸ ਦੇ ਗੀਤਾਂ ਨੂੰ ਅਲਾਇ ਉਚਾਰਨ ਕਰੋ, ਉਸ ਵਾਹਿਗੁਰੂ ਦੇ ਗੀਤਾਂ ਨੂੰ ਗਾਉਣਾ ਕਰੋ। ਦੁਨਿਆਵੀ ਗੀਤਾਂ ਦਾ ਸੰਗ ਛੱਡ ਕੇ ਸਾਧੂਆਂ ਦਾ ਸੰਗ ਕਰੋ, ਸੰਗਤ ਦਾ ਸੰਗ ਕਰੋ, ਗੁਰੂ ਦਾ ਸੰਗ ਕਰੋ। ਅਤੇ ਐਸੀਆਂ ਸਖੀਆਂ ਰੂਪ ਜੋ ਸੁਭ ਗੁਣਾਂ ਰੂਪੀ ਸਖੀਆਂ ਹਨ, ਜੋ ਸੰਤ ਮਹਾਰੂਪੀ ਸਖੀਆਂ ਹਨ, ਉਹਨਾਂ ਦੇ ਨਾਲ ਮਿਲ ਕਰਕੇ ਭਾਈ ਤੁਸੀਂ ਵੀ ਮੰਗਲ ਦੇ ਤਾਈ ਗਾਉਣਾ ਕਰੋ ਵਾਹਿਗੁਰੂ ਦੇ। ਹਰ ਜੇਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮੈਂ ਕਿੰਨੀ ਸ਼ੋਭਾ ਕਰਾਂ ਭਾਈ, ਕਿਸ ਦੇ ਨਾਲ ਮੈਂ ਸਮਾਨਤਾ ਦਵਾਂ ਉਸ ਵਾਹਿਗੁਰੂ ਦੀ। ਕਿਉਂਕਿ ਵਾਹਿਗੁਰੂ ਆਪ ਹੀ ਜੋ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਹੈ। ਕਿਹਦੇ ਨਾਲ ਮੈਂ ਭਾਈ ਵਡਿਆਈ ਦੇਵਾਂ, ਕਿਹਦੇ ਨਾਲ ਮੈਂ ਸ਼ੋਭਾ ਦੇਵਾਂ ਕਿ ਹਾਂ ਵਾਹਿਗੁਰੂ ਉਸ ਦੇ ਵਰਗਾ ਹੋ ਸਕਦਾ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹਰ ਜੈਸਾ ਅਵਰ ਨਾ ਦਿਸਈ, ਹਰੀ ਦੇ ਜੈਸਾ ਕੋਈ ਹੋਰ ਨਹੀਂ ਦਿਸਈ, ਨਹੀਂ ਦਿਸਦਾ ਭਾਈ। ਕਿਉਂਕਿ ਵਾਹਿਗੁਰੂ ਤਾਂ ਦਿੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋੜ ਨਾ ਆਵਈ ਅਗੰਤ ਭਰੇ ਭੰਡਾਰ। ਹੁਣ ਦੁਨੀਆ ਦੇ ਲੋਕ ਇੱਕ ਦਿਨ ਦਾਨ ਕਰ ਲਿਆ, 2 ਦਿਨ ਦਾਨ ਕਰ ਲਿਆ, ਕਿ ਗੁਰਸੰਗਤ ਜੀ ਵਾਹਿਗੁਰੂ ਐਸਾ ਨਹੀਂ, ਉਹ ਤਾਂ ਹਰ ਦਿਨ ਹਰ ਰਾਤ ਦਾਨ ਕਰ ਰਿਹਾ। ਸੱਚੇ ਪਾਤਸ਼ਾਹ ਮਹਾਰਾਜ ਜੀ ਵਰਗਾ ਹੋਰ ਨਹੀਂ ਕੋਈ ਦਿਸ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਦੂਜਾ ਲਵੈ ਨਾ ਲਾਏ।
ਕਿਹਨੂੰ ਮੈਂ ਲਵੇ ਲਾਵਾਂ, ਭਾਵ ਕੋਈ ਦੂਜਾ ਹੈ ਹੀ ਨਹੀਂ ਹੈ ਜਿਹਦੇ ਨਾਲ ਮੈਂ ਸੋਭਾ ਕਰਾਂ। ਸੋਭਾ ਕਰਾਂ ਮਹਾਰਾਜ ਸੱਚੇ ਪਾਤਸ਼ਾਹ, ਕੋਈ ਨਹੀਂ ਐਸਾ। ਸੋ ਗੁਰ ਸੰਗਤ ਜੀ, ਕੋਈ ਐਸਾ ਸੰਸਾਰ ਦੇ ਅੰਦਰ ਹੋਰ ਨਹੀਂ ਦਿਸਦਾ ਜਿੰਨੀ ਮਹਾਰਾਜ ਕਹਿੰਦੇ ਮੈਂ ਅਕਾਲ ਪੁਰਖ ਪਰਮਾਤਮਾ ਦੇ ਨਾਲ ਤੁਲਨਾ ਕਰ ਲਵਾਂ। ਹਲਤ ਪਲਤ ਸਵਾਰਿਓ ਨ ਨੇ ਚੱਲ ਦਿੱਤੀਨ ਜਾਏ। ਅਤੇ ਸਾਧੂ ਜਨਾਂ ਦਾ, ਸੰਤ ਜਨਾਂ ਦਾ, ਗੁਰਸਿੱਖਾਂ ਦਾ ਵਾਹਿਗੁਰੂ ਭਾਈ ਹਾਲਤ ਵੀ ਸਵਾਰ ਦਿੰਦਾ ਹੈ ਤੇ ਪਲਕ ਵੀ। ਹਲਤ ਪਲਕ ਭਾਵ ਪਰਲੋਕ ਤੇ ਲੋਕ ਸਵਾਰ ਦਿੰਦਾ ਹੈ ਗੁਰ ਸੰਗਤ ਜੀ। ਅਤੇ ਜਿਨ੍ਹਾਂ ਨੂੰ ਨਿਹਚਲ ਦਿੱਤੀ ਨ ਜਾਏ, ਜੋ ਨਿਹਚਲ ਅਚਲ ਪਦਵੀ ਹੈ, ਨਿਹਚਲ ਸਥਿਰ ਰਹਿਣ ਵਾਲੀ ਪਦਵੀ, ਜੋ ਸਰੂਪ ਰੂਪੀ ਪਦਵੀ ਹੈ, ਐਸੀ ਜਾਇ ਜਗ੍ਹਾ ਜੋ ਸੰਤ ਮਹਾਂਪੁਰਖਾਂ ਨੂੰ ਜਾਂ ਸਾਧੂ ਜਨਾਂ ਗੁਰਸਿੱਖਾਂ ਨੂੰ ਵਾਹਿਗੁਰੂ ਨੇ ਦਿੱਤੀ ਹੈ। ਅਤੇ ਉਹਨਾਂ ਦਾ ਹਲਤ ਅਤੇ ਵਕਤ ਵੀ ਵਾਹਿਗੁਰੂ ਨੇ ਸਵਾਰ ਦਿੱਤਾ ਹੈ। ਸੰਸਾਰ ਸਾਗਰ ਤੇ ਰਖਿਆਨ ਬਾਵੜ ਨਾ ਜਨਮੈ ਧਾਏ। ਅਤੇ ਫਿਰ ਉਹਨਾਂ ਨੂੰ ਸੰਸਾਰ ਸਾਗਰ ਤੋਂ ਵੀ ਭਾਈ ਰੱਖ ਲਿਆ ਹੈ। ਬਾਵੜ ਨਾ ਜਨਮੈ ਧਾਏ, ਵਾਰ-ਵਾਰ ਉਹਨਾਂ ਦਾ ਜਿਹੜਾ ਜਨਮ ਨਹੀਂ ਹੁੰਦਾ, ਉਹ ਆਉਂਦੇ ਜਾਂਦੇ ਨਹੀਂ ਹੈ, ਦੌੜਦੇ ਨਹੀਂ ਹੈ। ਜਨਮ ਮਰਨ ਦੋਹੋਂ ਮੈਂ ਨਾਹੀ, ਹਟ ਜਾਂਦਾ ਉਹਨਾਂ ਦਾ ਜਨਮ ਮਰਨ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਗੁਰ ਸੰਗਤ ਜੀ, ਜੋ ਦੀਨਦਿਆਲ ਵਾਹਿਗੁਰੂ ਦੇ ਗੁਣ ਬਹੁਤ ਜ਼ਿਆਦੇ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੀ ਜੀਭ ਵੀ ਭਾਈ ਇੱਕ ਹੈ। ਜਿਹਵਾ ਭਾਵ ਜੀਭ ਵੀ ਮੇਰੀ ਇੱਕ ਹੈ ਅਤੇ ਮਹਾਰਾਜ ਤੇਰੇ ਗੁਣ ਬੜੇ ਹੈ। ਜਿਵੇਂ ਕਥਨ ਕਰਦੇ ਆ, ਤੇਰੀ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਭਾਗ ਪੂਜ ਭਗਵਾਨਾ। ਏਕ ਜੀ ਕਿਸ ਕਹਿ ਨਾ ਜਾਏ। ਮਹਾਰਾਜ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਆਪ ਜੀ ਨੂੰ ਬਿਆਨ ਕਰਾਂ। ਗੁਣ ਆਪ ਜੀ ਦੇ ਬੜੇ ਹੈ, ਪਰ ਜਿਨ੍ਹਾਂ ਨੇ ਗੁਣ ਗਾਏ ਹੈ, ਆਪ ਜੀ ਦੀ ਚਰਨੀ ਸ਼ਰਨ ਦੇ ਵਿੱਚ ਪੈ ਗਏ ਹੈ, ਉਹ ਤਰ ਗਏ ਮਨ ਸੰਸਾਰ ਸਮੁੰਦਰ ਤੋਂ। ਫਲ ਗੁਣ ਨਿਤ ਸਮਾਹੀ ਹੈ, ਜਿਸਨੂੰ ਤਿਲ ਨਾ ਤਮਾਏ। ਗਰੀਬ ਨਵਾਜ ਮਹਾਰਾਜ ਕਹਿੰਦੇ ਭਾਈ ਫਲ ਗੁਣ ਨਿਤ ਸਮਾਹੀ ਹੈ। ਜੋ ਫਗਣ ਦੇ ਮਹੀਨੇ ਦੇ ਦੁਆਰਾ ਮਹਾਰਾਜ ਉਪਦੇਸ਼ ਦੇ ਰਹੇ ਹੈ, ਨਿਤ ਸਮਾਹੀ ਹੈ। ਨਿਦਾ ਪ੍ਰਤੀ ਭਾਈ ਉਸ ਵਾਹਿਗੁਰੂ ਨੂੰ ਸਲਾਹੀਐ, ਸਲਾਹੁਣਾ ਕਰੀਏ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਐ। ਨਿਤ ਸਵਾਹੀ ਹੈ, ਨਿਦਾ ਪ੍ਰਤੀ ਰਾਤ ਦਿਨ ਉਸ ਵਾਹਿਗੁਰੂ ਨੂੰ ਸਲਾਹੀਐ, ਸਲਾਹੁਣਾ ਕਰੀਏ। ਜਿਸਨੋਂ ਦਿਲ ਨਾ ਤਮਾਏ, ਕਹਿੰਦੇ ਸਲਾਹੁੰਦੇ ਵੀ ਭਾਈ ਉਹੀ ਹੈ ਜਿਨ੍ਹਾਂ ਨੂੰ ਦਿਲ ਮਾਤਰ ਵੀ ਤਮੋ ਗੁਣ ਨਹੀਂ ਹੈ, ਜਿਨ੍ਹਾਂ ਦੇ ਅੰਦਰ ਤਮੋ ਗੁਣੀ ਬਿਰਤੀ ਨਹੀਂ ਹੈ। ਜਿਸਨੋਂ ਦਿਲ ਨਾ ਤਮਾਏ, ਤਮਾਏ ਨਾਮ ਇੱਛਾ ਦਾ ਹੁੰਦਾ ਹੈ। ਜਿਨ੍ਹਾਂ ਦੇ ਦਿਲ ਮਾਤਰ ਥੋੜੀ ਮਾਤਰ ਵੀ ਕੋਈ ਇੱਛਾ ਨਹੀਂ ਹੈ ਮਨ ਦੇ ਅੰਦਰ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਥਨ ਕਰ ਰਹੇ ਗੁਰਮੁਖੋ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਭਾਈ ਨਾਮ ਨੂੰ ਧਿਆਇਆ ਹੈ, ਉਹਨਾਂ ਦੇ ਹਰ ਇੱਕ ਪ੍ਰਕਾਰ ਦੇ ਕਾਰਜ, ਜੋ ਧਾਰਮਿਕ ਕਾਰਜ ਹਨ, ਪਰਮਾਰਥਿਕ ਕਾਰਜ ਹਨ, ਇਸੇ ਤਰ੍ਹਾਂ ਹੀ ਦੁਨਿਆਵੀ ਜੋ ਕਾਰਜ ਹੈ, ਹਰ ਇੱਕ ਤਰ੍ਹਾਂ ਦੇ ਕਾਰਜ ਉਹਨਾਂ ਦੇ ਸਬਰ ਚੁੱਕੇ ਹੈ ਜਾਂ ਸਬਰ ਗਏ ਹੈ ਜਾਂ ਸਬਰ ਜਾਣਗੇ। ਅੱਗੇ ਵੀ ਜਿਹੜੇ ਨਾਮ ਜਪਣਗੇ, ਨਾਮ ਧਿਆਉਣਗੇ, ਭਾਵੇਂ ਭਗਤ ਪ੍ਰਹਿਲਾਦ ਜੀ ਵਰਗੇ, ਭਗਤ ਧੰਨਾ ਜੀ ਵਰਗੇ, ਗੁਰਸੰਗਤ ਜੀ, ਭਗਤ ਕਬੀਰ ਸਾਹਿਬ ਜੀ, ਭਗਤ ਫਰੀਦ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਸਾਹਿਬ ਜੀ, ਗੁਰਸਿੱਖਾਂ ਦਾ ਜ਼ਿਕਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਦਾ ਭਾਈ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਂਹ ਪਕੜ ਲਈ, ਜਾਂ ਜਿਨ੍ਹਾਂ ਨੇ ਵਾਹਿਗੁਰੂ ਨੂੰ ਯਾਦ ਕੀਤਾ, ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕੀਤਾ, ਉਹਨਾਂ ਨੇ ਮਹਾਰਾਜ ਨੇ ਉਹਨਾਂ ਦੀ ਸਹਾਇਤਾ ਕੀਤੀ ਹੈ, ਜੇਲ੍ਹਾਂ ਦੇ ਵਿੱਚੋਂ ਵੀ ਬੰਦ ਪਿਆ ਨੂੰ ਛੁਡਾਇਆ। ਅਤੇ ਇਸ ਕਰਕੇ ਹਰ ਇੱਕ ਮਨੁੱਖ ਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਨੂੰ ਧਿਆਇਆ ਹੈ, ਅਰਾਧਿਆ ਹੈ, ਜਪਿਆ ਹੈ, ਉਹਨਾਂ ਦੇ ਕਾਰਜ ਮਹਾਰਾਜ ਆਪ ਸਵਾਰ ਦਿੰਦੇ ਹਨ। ਹਰ ਗੁਰ ਪੂਰਾ ਅਰਾਧਿਆ, ਦਰ ਕਹਿ ਸੱਚ ਖਰੇ। ਜਿਨ੍ਹਾਂ ਨੇ ਹਰ ਹਰੀ ਗੁਰ ਪੂਰਾ ਅਰਾਧਿਆ, ਪੂਰੇ ਸਤਿਗੁਰੂ
ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰਕੇ ਹਰ ਪੂਰਾ ਆਰਾਧਿਆ ਹਰੀ, ਜੋ ਹਰ ਇੱਕ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਐਸੇ ਪੂਰਨ ਨਿਰੰਕਾਰ ਨੂੰ ਆਰਾਧਿਆ ਧਿਆਇਆ ਹੈ, ਆਰਾਧਨਾ ਕੀਤਾ ਹੈ। ਗੁਰ ਸੰਗਤ ਜੀ ਐਸੇ ਜਨ ਦਰਗਾਹ ਸੱਚ ਕਰੇ, ਦਰਗਾਹ ਦੇ ਵਿੱਚ ਸੱਜੇ ਹੋ ਕੇ ਖੜੇ ਹਨ ਅਤੇ ਉਹਨਾਂ ਨੂੰ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਖ ਦਿਓ ਦਾ ਜਿਹੜਾ ਹੈ, ਦੋਨਾਂ ਲੋਕਾਂ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਦਰਗਾਹ ਦੇ ਵਿੱਚ ਸੱਜੇ ਉਹ ਖੜੇ ਰਹਿੰਦੇ ਹਨ। ਸਰਬ ਸੁਖਾ ਨਿਜ ਚਰਨ ਹਰ, ਭਉ ਜਲ ਬਿਖਮ ਤਰੇ। ਜੋ ਸਾਰਿਆਂ ਸੁਖਾਂ ਦਾ ਗੁਰ ਸੰਗਤ ਜੀ ਨਿਰਦ ਖਜ਼ਾਨਾ ਉਹ ਵਾਹਿਗੁਰੂ ਦੇ ਹਰੀ ਦੇ ਚਰਨ ਹਨ। ਐਸੇ ਚਰਨ ਜੋ ਭਉ ਜਲ ਬਿਖਮ ਤਰੇ, ਜਿਨ੍ਹਾਂ ਨੇ ਚਰਨਾਂ ਦਾ ਆਸਰਾ ਤੱਕਿਆ ਜਾਂ ਲਿਆ ਹੈ, ਉਹ ਐਸੇ ਭਉਜਲ ਜਿਸ ਤੋਂ ਤਰਨਾ ਬੜਾ ਕਠਿਨ ਹੈ, ਸੰਸਾਰ ਸਮੁੰਦਰ ਤੋਂ ਬਿਖਮ ਨਾਮ ਕਠਿਨ ਹੁੰਦਾ ਹੈ, ਕਠਿਨ ਸੰਸਾਰ ਸਮੁੰਦਰ ਤੋਂ ਸੁਖਾਲੇ ਹੀ ਤਰੇ ਕਰ ਜਾਂਦੇ ਹਨ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੇ ਜਰੇ। ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਭਾਈ ਪਾਲਿਆ, ਪ੍ਰੇਮ ਭਗਤ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਪਾਇਆ, ਤਿਨ ਪਾਈਆ, ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾਲਿਆ ਅਤੇ ਉਹਨਾਂ ਦੇ ਅੰਦਰ ਵਿਖਿਆ ਨਾਹੀ ਜਰੇ, ਜੋ ਵਿਖਿਆ ਰੂਪੀ ਗੁਰ ਸੰਗਤ ਜੀ ਜਰੇ ਜ਼ਹਿਰ ਹੈ ਉਹ ਨਹੀਂ ਵਿਆਪਦੀ, ਅਤੇ ਜਿਨ੍ਹਾਂ ਦੇ ਅੰਦਰ ਜੋ ਵਿਖਿਆ ਹੈ ਉਹ ਸੜ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਵਿਕਾਰ ਨਹੀਂ ਰਹਿੰਦੇ। ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਪਾਲਿਆ ਹੈ। ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਭਰੇ। ਅਤੇ ਉਹਨਾਂ ਦੇ ਅੰਦਰ ਸੱਚ ਭਰੇ, ਸੱਚ ਭਰੀਪੂਰ ਹੋ ਜਾਂਦਾ, ਭਰ ਜਾਂਦਾ। ਗੁਰ ਸੰਗਤ ਜੀ ਸੱਚੇ ਹੋ ਜਾਂਦੇ ਹੈ। ਕੂੜ ਗਏ, ਕੂੜ ਝੂਠ ਵੀ ਉਹਨਾਂ ਦੇ ਵਿੱਚੋਂ ਚਲਾ ਜਾਂਦਾ ਹੈ। ਕੂੜ ਸੋ ਇਸੇ ਤਰ੍ਹਾਂ ਜੋ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਕੂੜ ਹੈ, ਕੂੜ ਗੰਦਗੀ ਹੈ, ਚਲੀ ਜਾਂਦੀ ਹੈ। ਦੁਬਦਾ ਨਸੀ, ਦੁਬਦਾ ਦੁਬਦ ਚਿੱਤਾ ਪੁਨਾ, ਦੁਬਦਾ ਵੀ ਭਾਰੀ ਨਾਸ਼ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਅਤੇ ਉਹਨਾਂ ਨੇ ਮਨ ਅੰਦਰ ਏਕ ਧਰੇ, ਇੱਕ ਵਾਹਿਗੁਰੂ ਨੂੰ ਭਾਈ ਧਰੇ ਧਾਰਨ ਕੀਤਾ ਹੈ, ਇੱਕ ਵਾਹਿਗੁਰੂ ਦਾ ਹੀ ਓਟ ਆਸਰਾ ਤੱਕਿਆ ਹੈ। ਧਰਨ ਸਵਰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਉਠਾ, ਸਭੇ ਕਾਜ ਸੋਹਿ ਲੜੇ ਕੀਏ, ਗੁਰੂ ਨਾਨਕ ਸਤਿਗੁਰ ਤੁਠਾ। ਉਹਨਾਂ ਨੇ ਜਾਣ ਲਿਆ ਕਿ ਧਰ ਜੀੜੇ ਇੱਕ ਟੇਕ ਤੂੰ ਲਾਹੇ ਗਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਉਹ ਜਾਣ ਲਿਆ ਕਿ ਵਾਹਿਗੁਰੂ ਹੀ ਭਾਈ ਹਰ ਇੱਕ ਦਾ ਓਟ ਆਸਰਾ ਹੈ। ਇਸ ਕਰਕੇ ਉਹਨਾਂ ਨੇ ਮਨ ਅੰਦਰ ਏਕ ਧਰੇ, ਮਨ ਦੇ ਅੰਦਰ ਇੱਕੋ ਵਾਹਿਗੁਰੂ ਨੂੰ ਧਾਰਨ ਕੀਤਾ ਹੈ। ਪਾਰ ਬ੍ਰਹਮ ਪ੍ਰਭ ਸੇਵਦੇ, ਤੇ ਪਾਰ ਬ੍ਰਹਮ ਜੋ ਪਾਪਾ ਪੁੰਨਾਂ ਤੋਂ ਬ੍ਰਹਮ ਵਿਆਪਕ ਵਾਹਿਗੁਰੂ ਪਰੇ ਹੈ, ਉਸੇ ਨੂੰ ਭਾਈ ਸੇਵਦੇ ਹਨ, ਆਰਾਧਦੇ ਹੈ। ਮਾਹ ਦਿਵਸ ਮੂਰਤ ਭਲੇ, ਜਿਸ ਕਾ ਨਦਰ ਕਰੇ। ਜੋ ਮਾਹ ਮਹੀਨਾ ਦਿਵਸ ਦਿਨ ਗੁਰ ਸੰਗਤ ਜੀ ਉਹਨਾਂ ਦੇ ਭਲੇ ਹੈ, ਉਹਨਾਂ ਦੇ ਚੰਗੇ ਹੈ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਨਜ਼ਰ ਕਰ ਦਿੰਦਾ ਹੈ। ਨਹੀਂ ਭਾਵੇਂ ਆਪਾਂ ਕਿੰਨੀ ਮਰਜ਼ੀ ਦੁਬਿਧਾ ਦੇ ਵਿੱਚ ਪਏ ਰਹੀਏ ਕਿ ਵੀਰਵਾਰ ਦਾ ਦਿਨ ਚੰਗਾ ਜਾਂ ਮਾੜਾ, ਬੁੱਧਵਾਰ ਦਾ ਦਿਨ ਚੰਗਾ ਜਾਂ ਮਾੜਾ, ਕੋਈ ਸ਼ੁੱਕਰਵਾਰ ਨੂੰ ਚੰਗਾ ਮਾੜਾ ਮੰਨੀ ਜਾਂਦਾ ਹੈ। ਕਿੰਨਾ ਮਰਜ਼ੀ ਦੁਬਿਧਾ ਦੇ ਵਿੱਚ ਪਈ ਜਾਈਏ, ਜੇ ਕਿਤੇ ਕੋਈ ਮਾੜਾ ਕੰਮ ਹੋਣਾ ਤੇ ਉਹ ਭਾਈ ਸਾਡੀ ਕਿਸਮਤ ਦੇ ਹਿਸਾਬ ਦੇ ਨਾਲ, ਸਾਡੀ ਪ੍ਰਾਪਤੀ ਦੇ ਹਿਸਾਬ ਦੇ ਨਾਲ ਹੋ ਹੀ ਜਾਣਾ ਹੈ। ਉਹ ਕੋਈ ਰੋਕ ਨਹੀਂ ਸਕਦਾ, ਭਾਵੇਂ ਚੰਗਾ ਮਾੜਾ ਆਪਾਂ ਕਿੰਨਾ ਮਰਜ਼ੀ ਗਿਣੀ ਜਾਈਏ। ਪਰ ਮਹਾਰਾਜ ਕਹਿੰਦੇ ਸਾਰੇ ਦਿਨ ਹੀ ਭਾਈ ਸੁਹਾਵਣੇ ਹਨ, ਸਾਰੇ ਦਿਨ ਹੀ ਸਪਨੇ ਹਨ, ਸੋਭਨੀਕ ਹੈ। ਮਹਾ ਦਿਵਸ ਮੂਰਤ ਭਲੇ, ਹਰ ਇੱਕ ਮੂਰਤ, ਹਰ ਇੱਕ ਦਿਨ ਮਹੀਨਾ ਉਹ ਭਾਈ ਬੜੇ ਚੰਗਾ ਹੈ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਨਜ਼ਰ ਕਰ ਦਿੰਦਾ ਹੈ, ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਗਰੀਬ ਨਿਵਾਸ ਤੇ ਪਾਤਸ਼ਾਹ ਕਥਨ ਕਰਦੇ ਹੈ, ਨਾਨਕ
ਮੰਗੈ ਦਰਸਦਾਨ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਮੈਂ ਵਾਹਿਗੁਰੂ ਦੇ ਦਰਸ਼ਨਾਂ ਦਾ ਦਾਨ ਮੰਗਦਾ ਹਾਂ। ਐ ਵਾਹਿਗੁਰੂ ਕਿਰਪਾ ਕਰੋ ਹਰੇ। ਮਹਾਰਾਜ ਕਿਰਪਾ ਕਰੋ ਸਾਨੂੰ ਸੁਭ ਗੁਣਾ ਰੂਪੀ ਫਲ ਦੇ ਕਰਕੇ ਸਾਡੇ ਅੰਤਸ਼ਕਰ ਨੂੰ ਹਰੇ ਭਰੇ ਕਰ ਦਿਓ। ਆਪ ਜੀ ਕਿਰਪਾ ਕਰੋ ਮਹਾਰਾਜ ਸਾਡੇ ਅੰਦਰ ਵਿਕਾਰ ਨਾ ਹੋ ਜਾਣ, ਸਾਡੇ ਅੰਦਰ ਜੋ ਮਾੜਾ ਪੁਰਨਾ ਨਾ ਕੋਈ ਰਵੇ, ਸਾਡੇ ਅੰਦਰ ਸੰਕਲਪ ਵਿਕਲਪ ਨਾ ਕੋਈ ਰਵੇ। ਕਿਰਪਾ ਕਰੋ ਮਹਾਰਾਜ ਆਪ ਜੀ ਸਾਨੂੰ ਦਰਸ਼ਨ ਦਿਓ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਵਰਨ ਦੇ ਨੀਤ। ਮਹਾਰਾਜ ਸੱਚੇ ਪਾਤਸ਼ਾਹ ਮੈਂ ਰਾਤ ਦਿਨ ਆਪ ਜੀ ਦੇ ਦਰਸ਼ਨਾਂ ਨੂੰ ਚਿਤ ਵਧਾਰੇ ਹਾਂ। ਕਿਰਪਾ ਕਰੋ ਮਹਾਰਾਜ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭੇਰਾ। ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਜੀ ਦਰਸ਼ਨ ਦਿਓ। ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੁੰਦਾ, ਹੁਣ ਕਦ ਮਿਲੀਏ ਪਰੇ ਤੁਰ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਹੋਵੇ। ਮਹਾਰਾਜ ਕਿਰਪਾ ਕਰੋ ਦਰਸ਼ਨ ਦਿਓ। ਦਰਸ਼ਨਾਂ ਦੀ ਦਾਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੰਗੀ ਹੈ। ਗੁਰਸੰਗਤ ਜੀ ਜਿਹੜੇ ਵੀ ਗੁਰੂ ਕੇ ਸਿੱਖ ਦਰਸ਼ਨਾਂ ਦੇ ਵਾਸਤੇ ਚੱਲਦੇ ਹੈ, ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਹੈ ਕਿ ਭਾਈ ਜਿਹੜਾ ਵੀ ਗੁਰੂ ਕੇ ਦਰਸ਼ਨਾਂ ਦੇ ਵਾਸਤੇ ਜਾਂਦਾ ਤੇ ਸਤਿਗੁਰੂ ਕੋਟ ਪੈਂਡਾ ਆਗਿਆ ਹੋਏ ਲੇਖ ਹੈ। ਜੇ ਕੋਈ ਮਨ ਵਿੱਚ ਫੁਰਨਾ ਕਰ ਲੈਂਦਾ, ਘਰੋਂ ਚੱਲ ਪੈਂਦਾ ਕਿ ਮੈਂ ਗੁਰੂ ਦੇ ਦਰਸ਼ਨ ਕਰਨੇ ਆ, ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਦੇ ਦੁਆਰੇ ਤੇ ਆਉਂਦਾ ਤੇ ਸਤਿਗੁਰੂ ਕੋਟ ਪੈਂਡਾ ਆਗਿਆ ਹੋਏ ਲੇਖ ਹੈ ਕਿ ਉਹਨੂੰ ਕਰੋੜਾਂ ਪੈਂਡੇ ਅੱਗੇ ਹੋ ਕੇ ਭਾਈ ਲੈਣ ਵਾਸਤੇ ਮਹਾਰਾਜ ਚਲੇ ਜਾਂਦੇ ਆ। ਜਿਵੇਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲੈਣ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਆਪ ਖੁਦ ਚਲੇ ਗਏ ਸਨ। ਜੋ ਘੋੜੇ ਦੀ ਵਾਂਗ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਪਕੜੀ। ਅੱਜ ਐਸਾ ਪਹਿਲੀ ਵਾਰੀ ਕੌਤਕ ਦੇਖਿਆ ਸੀ, ਗੁਰੂ ਤੁਰ ਕੇ ਜਾਂਦਾ ਹੋਵੇ ਤੇ ਚੇਲਾ ਭਾਈ ਘੋੜੇ ਤੇ ਸਵਾਰ ਹੋਵੇ, ਘੋੜੇ ਦੀ ਸਵਾਰੀ ਕੀਤੀ ਹੋਵੇ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਹੀ ਆਪ ਜੀ ਪੜ੍ਹ ਸਕਦੇ ਹੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਹੀ ਪੜ੍ਹ ਸਕਦੇ ਹੋ ਕਿ ਕਿਸੇ ਖੁਦਾ ਨੇ, ਕਿਸੇ ਗੁਰੂ ਨੇ ਸਿੱਖਾਂ ਦੇ ਕੋਲੋਂ ਹੱਥ ਛੱਡ ਕੇ ਮੰਗਿਆ ਹੋਵੇ ਕਿ ਮੈਨੂੰ ਵੀ ਜੋ ਅੰਮ੍ਰਿਤ ਦੀ ਦਾਤ ਹੈ ਦੇਣਾ ਕਰੋ। ਇਹ ਪਹਿਲੀ ਵਾਰੀ ਜ਼ਿਕਰ ਆਇਆ ਹੈ ਗੁਰਸੰਗਤ ਜੀ ਕਿ ਸਿੱਖਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਕਿਸੇ ਗੁਰੂ ਨੇ ਲਈ ਹੋਵੇ। ਨਹੀਂ ਤਾਂ ਕਿਸੇ ਨੇ ਭੇਡਾਂ ਬੱਕਰੀਆਂ ਦੱਸਿਆ, ਕਿਸੇ ਨੇ ਕੁਝ ਦੱਸਿਆ, ਗਾਵਾਂ ਦੱਸਿਆ। ਜੋ ਗੁਰਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ। ਧੰਨ ਕਲਗੀਆਂ ਵਾਲੇ ਪਿਤਾ ਗੁਰਸੰਗਤ ਜੀ ਆਪ ਜੀ ਵੱਡੀਆਂ ਭਾਗਾਂ ਵਾਲੇ ਹੋ, ਜੋ ਫਗਣ ਦੇ ਮਹੀਨੇ ਦੀ ਸੰਗਰਾਮ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਹਾਜ਼ਰੀਆਂ ਲਾਉਂਦੇ। ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਨੇ। ਮਹਾਰਾਜ ਦੀ ਕਿਰਪਾ ਕਰਨ। ਸੋ ਜਿਹੜੇ ਹਜੇ ਗੁਰੂ ਵਾਲੇ ਨਹੀਂ ਨਾ ਬਣੇ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ ਭਾਈ, ਕਿਉਂਕਿ ਮਹਾਰਾਜ ਦੇ ਪਵਿੱਤਰ ਪਾਕ ਬਚਨ ਹਨ, ਨਿਗੋਰੇ ਕਾ ਹੈ ਨਾਮ ਬੁਰਾ। ਜਿਹੜਾ ਨਿਗੋਰਾ ਹੁੰਦਾ ਗੁਰੂ ਵਾਲਾ ਨਹੀਂ ਹੁੰਦਾ ਤਾਂ ਨਾਮ ਹੀ ਬੁਰਾ ਹੁੰਦਾ। ਇਸ ਕਰਕੇ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ ਤੇ ਮਹਾਰਾਜ ਦੀ ਕਿਰਪਾ ਕਰਨ। ਇਹ ਮਹੀਨਾ ਸਾਡਾ ਸੁਖਾ ਭਰਿਆ ਆਵੇ। ਗਰੀਬ ਨਵਾਜ ਜੀ ਬਾਣੀ ਸਿਮਰਨ ਸੇਵਾ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਬਖਸ਼ ਕੇ ਨਿਵਾਜਨ। ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਗੁਰਸੰਗਤ ਜੀ 9 ਵਜੇ ਦੇ ਤਕਰੀਬ ਭੋਗ ਪਾਏ ਜਾਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਸਭ ਸੰਗਤ ਦੇ ਬੇਨਤੀ ਹੈ ਕਿ ਵੱਧ ਚੜ੍ਹ ਕੇ ਸੇਵਾ ਦੇ ਵਿੱਚ ਹਾਜ਼ਰੀਆਂ ਲਵਾ ਕੇ ਹਿੱਸਾ ਲਿਆ ਕਰੋ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਭਨਾਂ ਤੇ ਗਰੀਬ ਨਵਾਜ ਮਿਹਰ ਕਰਨ, ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ ਕਰਨੀ। ਗੁਰਸੰਗਤ ਜੀ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਉਚਾਰ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਮਹਾ ਦਿਵਸ ਮੂਰਤ ਭਲੇ, ਜਿਸ ਕਾ